I'm with Coach Gary and my name is Abhishek. ਹਾਈ एवरीवन ਸੋ ਅੱਜ ਅਸੀਂ ਤੁਹਾਨੂੰ ਦੱਸਣ ਲੱਗੇ ਹਾਂ ਕਿ ਲੈਗ ਵਰਕਆਊਟ ਦੇ ਵਿੱਚ ਬਿਗਨਰਸ ਲਈ ਕਿੱਦਾਂ ਤੁਸੀਂ ਮੂਵਮੈਂਟ ਸਿੱਖਣੀ ਆ, ਕਿੱਦਾਂ ਤੁਸੀਂ ਮੂਵਮੈਂਟ ਕਰਨੀ ਆ, ਕਿੰਨੇ ਐਂਗਲ ਤੇ ਕਰਨੀ ਆ, ਕਿੰਨਾ ਨੀਚੇ ਜਾਣਾ, ਕਿੰਨਾ ਨਹੀਂ ਜਾਣਾ, ਸੋ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ, ਉਹ ਤੁਹਾਨੂੰ ਅਸੀਂ ਸਾਰਾ ਕੁਝ ਦੱਸਣ ਲੱਗੇ ਆ। ਤੇ ਬਿਗਨਰ ਬੰਦੇ ਨੂੰ ਕਿਹੜੀਆਂ ਐਕਸਰਸਾਈਜ਼ਸ ਪਹਿਲੇ ਦਿਨ ਕਰਨੀਆਂ ਚਾਹੀਦੀਆਂ ਲੈਗ ਵਰਕਆਊਟ ਦੀਆਂ, ਉਸ ਅਸੀਂ ਦੱਸਾਂਗੇ। ਪ੍ਰੀ ਸਕੁਆਟਸ ਕਰਨ ਵੇਲੇ ਮੇਲ ਫੀਮੇਲ 80% ਫੀਮੇਲਸ 80% ਮੈਨ ਰੋਂਗ ਪਰਫਾਰਮ ਕਰਦੇ ਆ। ਸੋ ਅਸੀਂ ਪੋਜੀਸ਼ਨ ਤੁਹਾਨੂੰ ਪ੍ਰੋਪਰ ਦੱਸਾਂਗੇ ਅੱਜ ਕਿ ਕਿਵੇਂ ਕਰਨੀ ਚਾਹੀਦੀ ਹੈ ਤੇ ਕਿਵੇਂ ਨਹੀਂ। ਚਾਂਸ ਇਹਦੇ ਬੜੇ ਸਿੰਪਲ ਤਰੀਕੇ ਨਾਲ ਅਸੀਂ ਯਾਦ ਕਰ ਲਓ। ਜੋ ਤੁਹਾਡੀ ਹਿਪ ਵਿਡਥ ਆ, ਠੀਕ ਹੈ, ਉਹਦੇ ਬਿਲਕੁਲ ਸਟ੍ਰੇਟ ਲੈ ਜਾਓ ਐਂਡ 1 1 2 2 ਇੰਨੇ ਤੁਸੀਂ ਸਟਾਂਸ ਵਾਈਡ ਰੱਖਣੇ ਆ, ਮਤਲਬ ਦੋ ਪੈਰ ਆਪਦੇ ਬਾਹਰ, ਠੀਕ ਹੈ। ਟੋਜ਼ ਹਮੇਸ਼ਾ ਆਊਟਵਰਡ ਨੂੰ ਫੇਸਿੰਗ ਕਰਨਗੇ, ਸਟ੍ਰੇਟ ਨਹੀਂ ਕਰਨਗੇ, ਥੋੜਾ ਜਿਹਾ ਆਊਟਵਰਡ। ਸੋ ਦਿਸ ਇਜ਼ ਫॉर द ਬਿਗਨਰਸ, ਸਪੈਸ਼ਲੀ ਫॉर द ਬਿਗਨਰਸ। ਸੋ ਉਹਨਾਂ ਨੂੰ ਸਿਖਾਉਣ ਲਈ ਕਿ ਕਿੱਦਾਂ ਐਕਚੁਅਲ 'ਚ ਮੂਵਮੈਂਟ ਕਰਨੀ ਹੈ। ਸੈਕਿੰਡ ਪੋਜੀਸ਼ਨ ਆਊਗੀ ਤੁਹਾਡੀ ਹਿਪ ਹਿੰਜ, ਹਿਪ ਤੁਸੀਂ ਪਿੱਛੇ ਲੈ ਕੇ ਜਾਣੇ ਆ ਐਂਡ ਹੈਂਡਸ ਅੱਗੇ, ਤਾਂ ਜੋ ਤੁਹਾਡਾ ਬੈਲੈਂਸ ਬਣਿਆ ਰਹੇ। ਲਾਈਕ ਫॉर ਐਡਵਾਂਸ ਅਸੀਂ ਕਿਸੇ ਵੀ ਤਰੀਕੇ ਮੂਵਮੈਂਟ ਕਰ ਸਕਦੇ ਹਾਂ, ਡੰਬਲ ਰੱਖ ਕੇ, ਲਾਈਕ ਰੋਡਸ ਰੱਖ ਕੇ, ਬਟ ਫॉर द ਬਿਗਨਰ you have to straighten up your arms and slowly down. First is hip hinge, slowly up. So ਇਹਦੇ ਚ ਇੱਕ ਕੈਚ ਆ, ਮੈਂ ਤੁਹਾਨੂੰ ਸਾਈਡ ਵੇ ਅਭੀ ਕਰਕੇ ਦਿਖਾਉਂਦਾ ਵਾ। Arms straight, toes out, look up and ਇੱਕ ਹੋਰ ਚੀਜ਼ ਰੱਖੋ, ਕੋਰ ਤੁਸੀਂ ਇਨਵੋਲਵਡ ਰੱਖੋ, ਹਮੇਸ਼ਾ ਕੋਰ ਸਟਰੋਂਗ ਰੱਖੋ। yeah. So from this position is evenly मतलब ਇਫੈਕਟਿਵ। ਨੀਚੇ ਜਾਣਾ ਜ਼ਰੂਰੀ ਨਹੀਂ ਹੈ, ਸਿਰਫ ਤੁਸੀਂ 90 ਡਿਗਰੀ ਤੇ ਵੀ ਉੱਪਰ ਆ ਸਕਦੇ ਹੋ। ਐਂਡ ਤੁਹਾਡੀ ਮਸਲ 99% ਤੁਹਾਡੇ ਇਨਵੋਲਵਡ ਨੇ, 90% ਪੋਜੀਸ਼ਨ ਤੱਕ। ਠੀਕ ਹੈ, ਨੀਚੇ ਜਾਣਾ ਬਿਲਕੁਲ ਵੀ ਮੈਂ ਤਾਂ ਰਿਕਮੈਂਡ ਨਹੀਂ ਕਰਦਾ, ਮੈਂ ਆਪਦੇ ਕਿਸੇ ਵੀ ਕਲਾਇੰਟ ਨੂੰ ਰਿਕਮੈਂਡ ਨਹੀਂ ਕਰਦਾ ਨੀਚੇ ਜਾਣਾ। ਬਟ ਇਨ ਐਡਵਾਂਸ ਲੈਵਲ ਡੀਪ ਸਕੁਆਟਸ ਰਿਕਮੈਂਡਡ ਹੁੰਦੀਆਂ ਨੇ, ਬਟ ਮੈਂ ਕਹੂੰਗਾ ਲਾਈਕ ਤੁਸੀਂ ਤਾਂ ਹੀ ਪਰਫਾਰਮ ਕਰੋ ਡੀਪ ਜੇ ਤੁਹਾਡੀ ਮੋਬਿਲਿਟੀ ਲੋਅਰ ਬੈਕ ਦੀ, ਐਂਕਲ ਦੀ, ਨੀਜ਼ ਦੀ, ਹਿਪਸ ਦੀ ਪ੍ਰੋਪਰ ਆ ਐਂਡ ਤੁਹਾਡੀ ਕੋਰ ਸਟਰੋਂਗ ਆ। ਐਬਸੋਲੂਟਲੀ। ਜੇ ਕੋਰ ਸਟਰੋਂਗ ਨਹੀਂ ਹੈਗੀ ਤੁਸੀਂ ਡੀਪ ਜਾ ਹੀ ਨਹੀਂ ਸਕਦੇ। ਰਾਈਟ। ਹੁਣ ਲਾਈਕ ਮੈਨੂੰ ਕਾਫੀ ਸਾਲ ਹੋ ਗਏ ਟ੍ਰੇਨ ਕਰਦੇ ਹੋਏ, ਤਾਂ ਮੈਂ ਇੱਕ ਡੈਮੋਨਸਟ੍ਰੇਸ਼ਨ ਦੇ ਵੀ ਸਕਦਾ ਕਿ ਜਦੋਂ ਨੀਚੇ ਜਾਂਦੇ ਹੋ, ਡੀਪ ਵੀ ਜਾਂਦੇ ਹੋ, ਤੁਹਾਡੀ ਪੋਜੀਸ਼ਨ ਦਿਖਣੀ ਕਿੱਦਾਂ ਚਾਹੀਦੀ ਹੈ। ਹੁਣ ਤੁਹਾਨੂੰ ਡੀਪ ਸਕੁਆਟ ਕਰਕੇ ਦਿਖਾਉਣਾ ਹੈ ਕਿ ਡੀਪ ਸਕੁਆਟ ਐਕਚੁਅਲ ਚ ਕਿੱਦਾਂ ਕਰੀਦੀ ਹੈ। ਸੋ weight ਅੱਗੇ ਰਹੇਗਾ and first thing, core involved. Involve your core. First position, hip hinge, slowly down and up. So ਇਹਦੇ ਚ ਦੇਖੋ ਹਰ ਕੋਈ ਡੀਪ ਨਹੀਂ ਜਾ ਸਕਦਾ, ਹਰ ਕਿਸੇ ਦੀ ਐਨਾਟਮੀ ਉਹਦੇ ਹਿਪ ਜੁਆਇੰਟ ਦੇ ਅਕੋਰਡਿੰਗ ਹੁੰਦੀ ਹੈ। ਕਈਆਂ ਦੇ ਹਿਪ ਜੁਆਇੰਟ ਸ਼ੈਲੋ ਹੁੰਦੇ, ਕਈਆਂ ਦੇ ਹਿਪ ਜੁਆਇੰਟ ਥੋੜੇ ਰਿਜਿਡ ਹੁੰਦੇ ਆ। ਯੈਸ। ਸੋ ਅਕੋਰਡਿੰਗ ਟੂ ਯੋਰ ਹਿਪ ਮੋਬਿਲਿਟੀ ਤੁਹਾਨੂੰ ਆਪਣਾ ਦੇਖਣਾ ਪਏਗਾ ਕਿ ਤੁਹਾਡੀ ਵੇਅਰ ਯੂ ਆਰ ਕੰਫਰਟੇਬਲ। ਮੈਨੀ ਐਥਲੀਟਸ ਆਰ ਕੰਫਰਟੇਬਲ ਇਨ ਲੋਅਰ ਸਟੈਂਸ। ਯੈਸ। ਮੋਸਟਲੀ ਫੀਮੇਲਸ ਜੇ ਲੋਅਰ ਚ ਕਰਨਗੇ ਉਹਨਾਂ ਦੀ ਹਿਪਸ ਸਿੱਧੇ ਰਹਿੰਦੇ, ਲਾਈਕ ਪਟਵਿੰਗ ਨਹੀਂ ਆਉਂਦਾ। ਯੈਸ। ਐਂਡ ਮੋਸਟਲੀ ਮੈਨ ਦੇ ਆਰ ਕੰਫਰਟੇਬਲ ਇਨ ਵਾਈਡਰ ਸਟੈਂਸ। ਯੈਸ। ਸੋ ਇਹਦਾ ਬਹੁਤ ਇੱਕ ਛੋਟਾ ਮਤਲਬ ਜਦੋਂ ਐਜ਼ ਅ ਇੰਡੀਅਨ, ਐਜ਼ ਅ ਏਸ਼ੀਅਨ, ਜਦੋਂ ਆਪਾਂ ਕਿਤੇ ਜਾਂਦੇ ਆ, ਆਪਾਂ ਮੋਸਟਲੀ ਏਦਾਂ ਬੈਠਦੇ ਆ ਚੌਂਕੜੀ ਮਾਰ ਕੇ। ਕਰੈਕਟ। ਜਿਸ ਕਰਕੇ ਸਾਡੇ ਐਕਸਟਰਨਲ ਰੋਟੇਸ਼ਨ ਵੱਧ ਜਾਂਦੀ ਹੈ ਹਿਪ ਦੀ। ਇੰਟਰਨਲ ਰੋਟੇਸ਼ਨ ਘੱਟ ਹੈ, ਐਕਸਟਰਨਲ ਵਧੀ ਹੋਈ ਹੈ। ਐਕਸਟਰਨਲ ਮੀਨਸ I am more comfortable in a wider squats and less comfortable in a narrow squats. Yes. ਸੋ ਇਹ ਚੀਜ਼ਾਂ ਐਡਵਾਂਸ ਲੈਵਲ ਤੇ ਆਉਂਦੀਆਂ ਨੇ ਕਿ ਕਿੰਨਾ ਆਪਾਂ ਨੂੰ ਕਿਹੜੀ ਸਟ੍ਰੈਚਿੰਗਸ ਕਰਨੀਆਂ ਚਾਹੀਦੀਆਂ। ਅਸੀਂ ਫਰਸਟ ਐਕਸਰਸਾਈਜ਼ ਕਰਨ ਲੱਗੇ ਹਾਂ ਲੈਗ ਐਕਸਰਸਾਈਜ਼ ਦੀ। ਫਰਸਟ ਐਕਸਰਸਾਈਜ਼ ਦੈਟ ਇਜ਼ ਲੈਗ ਐਕਸਟੈਂਸ਼ਨ। ਕਾਫੀ ਮੈਂਬਰਸ, ਬਿਗਨਰਸ, ਐਡਵਾਂਸ ਵੀ ਮੈਂਬਰਸ ਇਹ ਬਹੁਤ ਵੱਡੀ ਗਲਤੀ ਕਰਦੇ ਨੇ ਕਿ ਲੈਗ ਐਕਸਟੈਂਸ਼ਨ ਕਰਨੀ ਕਿਵੇਂ। ਆਈ'll tell you, come here. ਸੋ ਫਰਸਟ ਤੁਹਾਡੀ ਬੈਕ ਬਿਲਕੁਲ ਸਟ੍ਰੇਟ ਹੋਣੀ ਚਾਹੀਦੀ ਆ, ਇੱਥੇ ਥੋੜੀ ਕਰਵ ਹੋਣੀ ਚਾਹੀਦੀ ਆ ਐਂਡ ਤੁਹਾਡੇ ਨੀਜ਼ ਇਹਦੇ ਨਾਲ ਲੱਗੇ ਹੋਣੇ ਚਾਹੀਦੇ ਆ। ਸੋ ਇਸ ਅਕੋਰਡਿੰਗ ਤੁਸੀਂ ਆਪਣੀ ਸੀਟ ਐਡਜਸਟ ਕਰਨੀ ਆ। Then secondly, जो आ position अभी can you pick it up? So जो आ position पैर्स दी, it should be like towards you, not like this. किन्ने members आए करके लाਉਂਦੇ ਆ, so it should be like this and slowly down. Now ਆਪਣੇ quadriceps 4 ਮਸਲ ਹੁੰਦੇ ਨੇ ਲੈਗ ਦੇ, quads, ਠੀਕ ਹੈ। ਸੋ ਆਪਾਂ ਇਹਨਾਂ ਨੂੰ ਟ੍ਰੇਨ ਕਰਨਾ ਵਾ। ਸੋ ਤੁਹਾਡੀ ਫੁੱਲ ਬੋਡੀ ਫਰੀਜ਼ ਹੋਣੀ ਚਾਹੀਦੀ ਹੈ, ਉਹ ਇੱਕੋ ਹੀ ਤਰੀਕੇ ਨਾਲ ਹੋਏਗੀ ਅਗਰ ਤੁਸੀਂ ਕੋਰ ਇਨਵੋਲਵ ਕਰੋਗੇ। ਸੋ ਇਹਦੇ ਵਿੱਚ ਆਪਣਾ ਸੇਮ ਉਹੀ ਰੂਲ ਹੈਗਾ ਕਿ ਤੁਸੀਂ ਆਪਣਾ ਕੋਰ ਟਾਈਟ ਰੱਖਣਾ, ਯਾਨੀ ਸਾਹ ਭਰਿਆ, ਕੋਰ ਟਾਈਟ, ਪਰਫਾਰਮ,
ਸਾਹ ਛੱਡਿਆ, ਪਰਫਾਰਮ, ਸਾਹ ਛੱਡਿਆ। ਤੁਸੀਂ ਜਦੋਂ quadriceps ਲਾਉਣੇ ਆ, it should be straight and hold for at least 2 seconds, then slowly down, then slowly up। ਮੈਂ ਕਿੱਦਾਂ ਟ੍ਰੇਨ ਕਰਦਾ, ਮੈਂ ਸੀਟ ਬਿਲਕੁਲ ਪਿੱਛੇ ਕਰਕੇ ਬੈਠ ਜਾਣਾ ਤੇ ਪਹਿਲਾਂ ਮੈਂ ਆਪਣੇ ਨੀਸ ਇਹਦੇ ਨਾਲ ਲਾ ਲੈਣਾ, ਰਾਈਟ। ਫਿਰ ਦੈਨ ਮੈਂ ਸੀਟ ਨੂੰ ਐਡਜਸਟ ਕਰਨਾ ਆਪਣੀ ਹਾਈਟ ਅਕੋਰਡਿੰਗ। ਇੱਥੇ ਆ ਗਈ ਮੇਰੇ ਹਿਪਸ ਐਂਡ ਲੋਅਰ ਬੈਕ ਪ੍ਰੋਪਰ ਸਟੇਬਲ ਰਹੇਗੀ ਐਂਡ ਬੈਕ ਪ੍ਰੋਪਰ ਨਾਲ ਰਹੇਗੀ, ਚੈਸਟ ਅਪ। Same, breathe in, breathe out and hold your legs। ਤੁਹਾਡੀ proper muscles tight ਰਹਿਣੇ ਚਾਹੀਦੇ ਆ while doing the leg extension, then slowly down and up and breathe out। Good। And squeeze your muscles। So this is how you can train the leg extension। ਆਪਣੇ ਇਹਦੇ 3 ਸੈਟ ਪੂਰੇ ਹੋ ਗਏ, ਆਲਮੋਸਟ 12 to 15 ਰੈਪੀਟੇਸ਼ਨ ਆਪਾਂ ਰੈਪ ਰੇਂਜ ਰੱਖੀ। weight ਆਪਾਂ ਐਡਿਕੁਏਟ ਚੱਕਿਆ, ਜਦ ਆਪਣੀ ਫਾਰਮ ਰਾਈਟ ਸੀਗੀ ਐਂਡ ਆਪਾਂ ਹੋਲਡ ਵੀ ਦਿੱਤਾ। ਸੋ ਅਗਲੀ ਐਕਸਰਸਾਈਜ਼ ਤੇ ਚਲੀ। ਸੋ ਅਗਲੀ ਐਕਸਰਸਾਈਜ਼ ਜਾਣ ਤੋਂ ਪਹਿਲਾਂ ਆਈ ਥਿੰਕ ਮੈਂ ਤੁਹਾਨੂੰ ਦੱਸਦਾ ਕਿ ਇਹਦੀ ਸਟ੍ਰੈਚਿੰਗ ਬਹੁਤ ਇੰਪੋਰਟੈਂਟ ਆ। ਲੈਗ ਐਕਸਟੈਂਸ਼ਨ ਕਰਨ ਤੋਂ ਬਾਅਦ ਯੂ ਹੈਵ ਟੂ ਬੀ ਡੂ ਲਾਈਕ ਦਿਸ, ਤਾਂ ਜੋ ਤੁਹਾਡੇ ਕੁਆਡ੍ਰਿਸੈਪਸ ਸਟ੍ਰੈਚ ਰਹਿਣ। ਤੁਸੀਂ ਨਾਰਮਲ ਸਟ੍ਰੇਟ ਖੜ ਕੇ ਆਏ ਆਪਣਾ ਲੈਗਸ ਫੜ ਲਓ, ਦੈਨ ਬੈਂਡ ਯੂਰ ਬੋਡੀ ਐਂਡ ਸਟ੍ਰੈਚ ਯੂਰ quads and hold it for at least 10 seconds and breathe out like this। So you have to stretch your both legs before going to next exercise। अभी next exercise केड़ी है अपनी? सो देखो, हमने स्क्वाट्स कर लिए, हमने लेग एक्सटेंशन कर ली, लास्ट एक्सरसाइज विल बी लेग कर्ल। चलो। सो ਅਸੀਂ ਕੀ ਟ੍ਰੇਨ ਕਰ ਰਹੇ ਹਾਂ? ਅਸੀਂ ਕੁਆਡਸ ਟ੍ਰੇਨ ਕਰ ਰਹੇ ਹਾਂ, ਹੈਮਸਟ੍ਰਿੰਗਸ ਟ੍ਰੇਨ ਕਰ ਰਹੇ ਹਾਂ। ਸੋ ਲੈਗ ਕਰਲ ਵੇਲੇ ਸਭ ਤੋਂ ਇੰਪੋਰਟੈਂਟ ਕੀ ਹੈ, ਤੁਸੀਂ ਮਸ਼ੀਨ ਨੂੰ ਸੈਟਲ ਕਿੱਦਾਂ ਕਰਨਾ। ਕਾਫੀ ਕਲਾਇੰਟਸ ਨੂੰ ਇਹ ਨਹੀਂ ਪਤਾ ਹੁੰਦਾ ਕਿ ਜਿਵੇਂ ਹੁੰਦੀ ਆ ਉਵੇਂ ਆ ਕੇ ਬੈਠ ਕੇ ਨਾ ਆਪਦਾ ਸਟਾਰਟ ਕਰ ਦਿੰਦੇ ਆ। ਸੋ ਫਰਸਟ ਯੂ ਹੈਵ ਟੂ ਸੀ ਦਿਸ ਪੋਜੀਸ਼ਨ। ਸੋ ਮੇਰੀ ਲੈਗ ਚੱਕੀ ਜਾ ਰਹੀ ਆ, ਦਿਸ ਇਜ਼ ਨਾਟ ਦ ਕਰੈਕਟ ਪੋਜੀਸ਼ਨ। ਸੋ ਮੈਂ ਇੱਥੋਂ ਪੋਜੀਸ਼ਨ ਨੂੰ ਡਾਊਨ ਕਰੂੰਗਾ, ਦਿਸ। ਸੋ ਹੁਣ ਮੇਰੀ ਲੈਗ ਬਿਲਕੁਲ ਲੱਗੀ ਹੋਈ ਹੈ ਇਹਦੇ ਨਾਲ, ਐਂਡ ਜਦੋਂ ਮੈਂ ਇਹਨੂੰ ਕਰਵ ਕਰੂੰਗਾ ਮੇਰੇ ਨੀਸ ਪ੍ਰੋਪਰ ਬੈਂਡ ਹੋ ਰਹੇ ਨੇ ਮੇਰੇ ਫੁੱਲ ਪੋਜੀਸ਼ਨ ਤੱਕ। ਨਾਓ ਆਈ ਹੈਵ ਟੂ ਐਡਜਸਟ ਦਿਸ। ਕਾਫੀ ਲੋਕ ਇੱਥੇ ਰੱਖਦੇ ਆ, ਬਟ ਮੈਂ ਆਪਦੇ ਐਂਕਲ ਦੀ ਪੋਜੀਸ਼ਨ ਤੇ ਰੱਖੂੰਗਾ। ਸੋ ਦਿਸ ਇਜ਼ ਦ ਰਾਈਟ ਪੋਜੀਸ਼ਨ ਐਂਡ ਹੁਣ ਆਪਾਂ ਵੇਟ ਪਾਵਾਂਗੇ। ਸੋ ਇਹਦੇ 'ਚ ਕਈ ਕਲਾਇੰਟਸ ਐਂ ਰੱਖਦੇ ਨੇ ਪੈਰ, ਕਈ ਇੱਦਾਂ ਰੱਖਦੇ ਨੇ, ਕਈ ਇੱਦਾਂ ਰੱਖਦੇ ਨੇ। ਸੋ ਇਹਦੇ 'ਚ ਆਪਾਂ ਪੈਰ ਆਪਣੇ ਵੱਲ ਨੂੰ ਰੱਖਣੇ ਨੇ ਤਾਂ ਜੋ ਆਪਣਾ ਕਾਫ ਐਕਟਿਵ ਰਹੇ ਐਂਡ ਪ੍ਰੋਪਰ ਆਪਣਾ ਜੋ weight ਆ ਜੋ ਆਪਾਂ ਟ੍ਰੇਨ ਕਰਨ ਲੱਗੇ ਆ ਹੈਮਸਟ੍ਰਿੰਗ ਉਹ ਤੇ ਆਵੇ। ਸੋ ਪ੍ਰੋਪਰ ਆਪਣਾ ਸਟ੍ਰੇਨ ਹੈਮਸਟ੍ਰਿੰਗਸ ਤੇ ਆਵੇ। ਸੋ ਮੈਂ ਦੇਖ ਪਾ ਰਿਹਾ ਕਿ ਮੇਰੀ ਸੀਟ ਥੋੜੀ ਜੀ ਅੱਗੇ ਹੋ ਸਕਦੀ ਆ ਕਿਉਂਕਿ ਆ ਜੋ ਪੋਜੀਸ਼ਨ ਆ ਮੇਰੀ ਨੀਸ ਤੇ ਆ ਰਹੀ ਆ। Let me do it for you। ਥੈਂਕ ਯੂ ਵੀ। ਸੋ ਮੈਂ ਇਹਨੂੰ ਫਿਰ ਐਡਜਸਟ ਕਰੂੰਗਾ ਆਪਣੇ ਐਂਕਲ ਅਕੋਰਡਿੰਗ। ਸੋ ਦਿਸ ਇਜ਼ ਅ ਰਾਈਟ ਪੋਜੀਸ਼ਨ ਫॉर ਮੀ ਨਾਓ। ਸੋ ਹੁਣ ਆਪਾਂ ਸੈਟ ਆਪਣਾ ਸ਼ੁਰੂ ਹੁੰਦਾ। ਸੋ ਮੇਰੇ ਪ੍ਰੋਪਰ ਲੌਕ ਨੇ ਲੈਗਸ ਐਂਡ ਇੱਥੇ ਕੀ ਕਰਨਾ ਵਾ, ਇਹਦੀਆਂ ਦੋ ਵੇਰੀਏਸ਼ਨਸ ਨੇ। ਕਈ ਕਲਾਇੰਟ ਇੱਦਾਂ ਲਾਉਂਦੇ ਨੇ, ਕਈ ਇੱਦਾਂ ਲਾਉਂਦੇ ਆ। ਸੋ ਦਿਸ ਇਜ਼ ਰੋਂਗ ਕਿਉਂਕਿ ਇਹਦੇ 'ਚ ਥੋੜੀ ਪ੍ਰੋਪਰ ਬੋਡੀ ਦਾ ਸਾਰਾ weight ਡਿਵਾਈਡ ਹੋ ਜਾਂਦਾ ਜਦੋਂ ਆਪਾਂ ਪ੍ਰੋਪਰ ਪ੍ਰਾਇਮਰੀ ਮਸਲ ਹੈਮਸਟ੍ਰਿੰਗ ਨੂੰ ਰੱਖ ਕੇ ਟ੍ਰੇਨ ਕਰਨਾ ਵਾ। ਸੋ ਬੋਡੀ ਸ਼ੁੱਡ ਬੀ ਸਟ੍ਰੇਟ, ਚੈਸਟ ਅਪ, ਕੋਰ ਇਨਵੋਲਵ, ਸੇਮ ਥਿੰਗ। ਐਜ਼ ਵੀ ਕੈਨ ਸੀ ਇਹਦੇ ਵਿੱਚ ਆਪਣਾ ਲੈਗਸ ਆਰ ਟਾਈਟ, ਜਿਹੜੇ ਆਪਣੇ ਟੋਜ਼ ਹੈ ਆਪਣੇ ਵੱਲ ਫੇਸ ਕਰ ਰਹੇ ਪ੍ਰੋਪਰ। ਬਰੀਥ ਇਨ ਬਰੀਥ ਆਊਟ ਟੈਕਨੀਕ ਇਜ਼ देयर। ਕੋਰ ਇਜ਼ ਟਾਈਟ ਫॉर द स्टेबिलिटी ਐਂਡ ਆਪਾਂ ਇਹਨੂੰ ਫੜ ਕੇ ਟਾਈਟ ਰੱਖਿਆ ਹੋਇਆ ਹੈ ਤਾਂ ਕਿ ਬੋਡੀ ਹਿੱਲੇ ਨਾ, ਆਪਣੀ ਬੋਡੀ ਆਪਣੀ ਸਿੱਧੀ ਰਹੇ। ਐਂਡ ਇਫ ਯੂ ਆਲਸੋ ਨੋਟਿਸ ਦ ਟੈਂਪੋ, ਨੀਚੇ ਲੈ ਕੇ ਗਏ, ਹੋਲਡ ਐਂਡ ਸਲੋ ਛੱਡਿਆ, ਸਲੋ ਸਲੋ ਸਲੋ। ਰੇਂਜ ਆਫ ਮੋਸ਼ਨ ਪੂਰਾ ਰੱਖਣਾ ਹੈ, ਹਾਫ ਰੇਂਜ ਆਫ ਮੋਸ਼ਨ ਕਦੇ ਟ੍ਰੇਨ ਨਹੀਂ ਕਰਨਾ। ਹੈਮਸਟ੍ਰਿੰਗ ਜਦੋਂ ਵੀ ਆਪਾਂ ਟ੍ਰੇਨ ਕਰਾਂਗੇ ਇਹਨੂੰ ਸ਼ਾਰਟ ਜਿੰਨਾ ਨੀਚੇ ਲੈ ਕੇ ਜਾਵਾਂਗੇ ਉਨਾ ਇੱਥੇ ਪ੍ਰੈਸ਼ਰ ਆਏਗਾ ਤੇ ਜਿੰਨਾ ਸਲੋਲੀ ਉੱਪਰ ਛੱਡਾਂਗੇ ਉਨਾ ਉੱਤੇ ਹੋਰ ਪ੍ਰੈਸ਼ਰ ਆਏਗਾ। ਸੋ ਇੱਕਦਮ ਸਲੋ, ਪਰਫੈਕਟ ਫਾਰਮ, ਪਰਫੈਕਟ ਰੇਂਜ ਆਫ ਮੋਸ਼ਨ ਐਂਡ ਪਰਫੈਕਟ ਟੈਂਪੋ। ਐਂਡ ਵਨ ਮੋਰ ਥਿੰਗ, ਇਫ ਯੂ ਨੋਟਿਸ ਆਪਣੀ ਲੋਅਰ ਬੈਕ ਯਾਨੀ ਇਹ ਚੀਜ਼ ਹਿੱਲ ਨਹੀਂ ਰਹੀ। ਕਾਫੀ ਲੋਕਾਂ ਦੀ ਜਦੋਂ ਪਰਫਾਰਮ ਕਰਦੇ ਤਾਂ ਇਹ ਹਿਲਦੀ ਹੈ ਯਾਨੀ ਉੱਪਰ ਨੀਚੇ ਹੁੰਦੀ ਹੈ, ਵਿਚ ਇਜ਼ ਨਾਟ ਰਾਈਟ। ਤੁਹਾਡੀ ਲੋਅਰ ਬੈਕ ਤੇ ਸਟ੍ਰੇਨ ਆ ਸਕਦਾ, ਤੁਹਾਡੇ ਈਵਨ ਗਲੂਟਸ ਤੇ ਸਟ੍ਰੇਨ ਆ ਸਕਦਾ। ਉਹ ਮੈਂ ਤੁਹਾਨੂੰ ਹੁਣ ਇੱਕ ਚੀਜ਼ ਕਰਕੇ ਦਿਖਾਉਣਾ ਜੋ ਮੋਸਟ ਫੀਮੇਲਸ ਜਾਂ ਮੈਨ ਵੀ ਕਰਦੇ ਨੇ।
ਜਿਵੇਂ ਲਾਈਕ ਐਂ ਗੱਲਾਂ ਕਰੀ ਜਾਣਗੇ ਔਰ ਲਾਈਕ ਸੋ ਹਾਊ But this is very dangerous. mind muscle connection is very important while doing the exercise. So ਜੇ ਤੁਸੀਂ ਐਕਸਰਸਾਈਜ਼ ਕਰ ਰਹੇ ਹੋ ਤਾਂ ਫੋਕਸ ਆਫ ਦਾ ਐਕਸਰਸਾਈਜ਼ 'ਚ ਰੱਖੋ। ਕਈ ਫੀਮੇਲਸ ਕੀ ਕਰਦੀਆਂ ਨੇ, ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਹੈ ਕਾਹਦੇ ਲਈ, ਲਾਈਕ ਨਾਰਮਲੀ ਇਦਾਂ ਕਰੀ ਜਾਂਦੀਆਂ ਹੁੰਦੀਆਂ, ਉਦੋਂ ਬਾਅਦ ਕਹਿਣਗੀਆਂ फिर 15 हो गए, उसके बाद क्या करना है। सो यू हैव टू बी फोकस कि जो आप एक्सरसाइज कर रहे हो उसको एक्चुअल परफॉर्म करो और फोकस रखो कि मेरा मसल पंप है। और ਯਾਰੀ ਕਈ ਕੁੜੀਆਂ ਤਾਂ ਇਹ ਤਾਂ ਤੁਸੀਂ ਮੈਨੂੰ ਪੁੱਛ ਲਿਆ ਉੱਠ ਕੇ ਕਿ ਅਗਲਾ ਕੀ ਕਰਨਾ ਹੈ, ਕਈ ਕਰਦੇ ਕਰਦੇ ਉਸੇ ਪੋਜੀਸ਼ਨ 'ਚ ਬੈਠ ਜਾਂਦੀਆਂ ਐਂਡ ਉਹਨੂੰ ਸੀਟ ਅਨਲੌਕ ਵੀ ਨਹੀਂ ਕਰਦੀਆਂ, ਅਨਲੌਕ ਵੀ ਨਹੀਂ ਕਰਦੀਆਂ, which is again creating ਔਰ ਕਿਉਂਕਿ this is a very dangerous position। ਤੁਸੀਂ ਦੇਖੋ ਤੁਹਾਡੀ ਪੂਰਾ ਨੀ ਤੁਹਾਡਾ ਐਕਸਟੈਂਡਡ ਹੈ ਤੇ ਤੁਸੀਂ ਜਿਵੇਂ ਇੱਥੇ ਜੁਆਇੰਟ ਅੱਗੇ ਨਹੀਂ ਜਾ ਸਕਦਾ ਤੇ ਇੱਥੇ ਤੁਸੀਂ ਇਸੇ ਪੋਜੀਸ਼ਨ 'ਚ ਬੈਠੇ ਰਹੋਗੇ, ਤੁਹਾਡਾ ਨੀ ਇਸ ਜੁਆਇੰਟ ਤੇ ਪ੍ਰੈਸ਼ਰ ਆਏਗਾ ਸਾਰਾ। ਸੋ as soon as possible ਤੁਸੀਂ ਐਕਸਰਸਾਈਜ਼ ਕੰਪਲੀਟ ਕੀਤੀ ਉਹਨੂੰ ਅਨਹੁੱਕ ਕਰੋ। ਐਂਡ ਇਸ ਤੋਂ ਬਾਅਦ ਤੁਹਾਡੀ ਸਟ੍ਰੈਚਿੰਗ ਬਹੁਤ ਇੰਪੋਰਟੈਂਟ ਆ। ਸੋ ਹੁਣ ਅਸੀਂ 4 ਸੈਟ ਕਰ ਚੁੱਕੇ ਹਾਂ। ਸੋ ਹੈਮਸਟ੍ਰਿੰਗ ਦੀ ਸਟ੍ਰੈਚਿੰਗ ਇਜ਼ ਵੈਰੀ ਇੰਪੋਰਟੈਂਟ। ਸੋ ਮੈਂ ਕਿੱਦਾਂ ਕਰੂੰਗਾ, ਸਟ੍ਰੇਟ ਲੈਗਸ ਥੋੜ੍ਹੀਆਂ ਬੈਂਡ ਕਰੂੰਗਾ ਤਾਂ ਜੋ ਮੇਰਾ ਨੀਸ ਤੇ ਕਿਤੇ ਵੀ ਵੇਟ ਨਾ ਆਵੇ, ਥੋੜੇ ਬੈਂਡ ਕੀਤਾ, ਦੈਨ ਬੈਕ ਸਟ੍ਰੇਟ ਕਰਕੇ ਸਲੋਲੀ ਡਾਊਨ। ਜਿੰਨਾ ਆਪਣੀ ਮੋਬਿਲਿਟੀ ਦੇ ਅਕੋਰਡਿੰਗ ਨੀਚੇ ਜਾਇਆ ਜਾ ਰਿਹਾ ਉਨਾ ਹੀ ਨੀਚੇ ਜਾਣਾ ਹੈ ਵਿਦ ਦ ਲੋਅਰ ਬੈਕ ਸਟ੍ਰੇਟ, ਕਿਉਂਕਿ ਜੇ ਲੋਅਰ ਬੈਕ ਤੁਸੀਂ ਬੈਂਡ ਜੇ ਮੈਂ ਇਦਾਂ ਕਰ ਰਿਹਾ ਦੈਟਸ ਸਟਰੋਂਗ, ਤੁਹਾਡਾ ਸਟ੍ਰੈਸ ਹੀ ਪਿੱਛੋਂ ਹਟ ਗਿਆ, ਸਟ੍ਰੈਸ ਤੁਹਾਡਾ ਸਿੱਧਾ ਲੋਅਰ ਬੈਕ ਆ ਗਿਆ। ਐਂਡ ਪ੍ਰੋਪਰ ਹੈਮਸਟ੍ਰਿੰਗ ਸਟ੍ਰੈਚ ਕਰਨੇ ਆ ਐਂਡ ਬਰੀਥ ਇਨ ਬਰੀਥ ਆਊਟ ਕਰਨਾ ਐਂਡ ਹੋਲਡ ਕਰਨਾ 10 ਸੈਕਿੰਡਸ ਲਈ ਐਂਡ ਪਰਫਾਰਮ ਕਰੋ 4 to 5 ਟਾਈਮਸ। ਸੋ ਤੁਹਾਡੇ ਹੈਮਸਟ੍ਰਿੰਗਸ ਪ੍ਰੋਪਰ ਸਟ੍ਰੈਚ ਹੋ ਜਾਏ। ਇਹਦੇ ਵਿੱਚ ਆਪਾਂ ਇੱਕ ਹੋਰ ਸਟ੍ਰੈਚ ਕਰ ਸਕਦੇ ਹਾਂ, ਯੂਜੂਅਲੀ ਕਿਸੇ ਵੀ ਐਲੀਵੇਟਡ ਜਗ੍ਹਾ ਤੇ ਪੈਰ ਉੱਪਰ ਰੱਖ ਕੇ, ਅੱਛਾ ਨਾਰਮਲ ਪੈਰ ਰੱਖ ਕੇ ਸਿਰਫ ਇਹਨੂੰ ਟੱਚ ਕਰਨਾ। ਯੈਸ ਸਿਰਫ ਇਹਨੂੰ ਟੱਚ ਕਰਨਾ ਤਾਂ ਜੋ ਤੁਹਾਡੇ ਹੈਮਸਟ੍ਰਿੰਗ ਨੇ ਜੋ ਫੁੱਲ ਸਟ੍ਰੈਚ ਹੋਣ ਐਂਡ ਇਟ ਇਜ਼ ਮੋਰ ਕਨਵੀਨੀਅੰਟ, ਵੈਰੀ ਈਜ਼ੀ। ਇੱਕ ਲੈਗਸ ਪੂਰਾ ਤੁਹਾਡਾ ਸਟ੍ਰੈਚ ਹੋ ਜਾਏਗਾ। ਜੇ ਤੁਹਾਡਾ ਇੱਥੇ ਟੱਚ ਨਹੀਂ ਹੋਇਆ ਜਾ ਰਿਹਾ, ਪੂਰਾ ਨੀਚੇ ਨਹੀਂ ਆ ਸਕ ਰਹੇ, ਹਲਕਾ ਸਿਰਫ ਇੱਥੇ ਟੱਚ ਕਰ ਲਓ, ਪੂਰਾ ਬਰਨ ਇੱਥੇ ਸਾਈਡ ਤੇ ਆ ਜਾਏਗਾ। ਇੱਕ ਹੋਰ ਤਰੀਕਾ ਵੀ ਹੁੰਦਾ ਐਡਵਾਂਸ ਲੈਵਲ ਦਾ, ਅਭੀ ਇੱਥੇ ਰੱਖ नहीं वो नहीं करेंगे आज, वो आज नहीं करके दिखाएंगे तो हम बिगिनर, क्योंकि हम बिगिनर ट्रेन कर रहे हैं तो बिगिनर में एडवांस नहीं डालेंगे। एडवांस हम आपको रोक के बताएंगे। तो ਅਸੀਂ ਲਾਸਟ ਐਕਸਰਸਾਈਜ਼ ਕਰਨ ਲੱਗੇ ਹਾਂ ਕਾਫ ਰੇਸ। ਦਿਸ ਇਜ਼ ਅ ਸੀਟਡ ਕਾਫ। ਠੀਕ ਹੈ, ਤੁਸੀਂ ਖੜੇ ਹੋ ਕੇ ਵੀ ਲਾ ਸਕਦੇ ਹੋ। ਜੇ ਮਤਲਬ ਜੇ ਤੁਹਾਡੀ ਜਿਮ 'ਚ ਮਸ਼ੀਨ ਹੈਗੀ ਹੈ ਤਾਂ ਇਹਨੂੰ ਵੀ ਦਾਨ ਦਾ ਇੱਕ ਸਹੀ ਤਰੀਕਾ ਹੁੰਦਾ ਹੈ। ਇਹਨੂੰ ਆਪਾਂ ਹਾਫ ਰੇਂਜ ਕਦੇ ਨਹੀਂ ਕਰਨੀ, ਵਾਟ ਪੀਪਲ ਯੂਜੂਅਲੀ ਡੂ, ਲਾਈਕ ਵਾਟ ਦੇ ਡੂ ਇਜ਼ ਕਿ ਉਹ like they do this। ਹੁਣ what we are noticing is muscle ਦੀ ਜੋ anatomy ਹੈ, that is it goes all the way down। ਤੁਹਾਨੂੰ stretch ਕਰਨਾ ਹੀ ਪਏਗਾ ਤਾਂ ਕਿ muscle ਪੂਰਾ stretch ਹੋਵੇ, and then one and all the way up, ਪੂਰਾ ਉੱਪਰ ਜਾਏ, and then slow all the way down, slow and all the way up। so ਐਦਾਂ ਜੇ ਤੁਸੀਂ repetition ਕਰੋਗੇ then these will be count as good and effective repetitions। otherwise ਜੇ ਇਹਨੂੰ half ਕਰਦੇ ਰਹੋਗੇ 1 2 3 won't be effective as this। ਇੱਕ ਹੋਰ ਚੀਜ਼ ਵਿੱਚ ਮੈਂ ਟਿਪ ਦੇਣਾ, ਆਪਾਂ ਜਦੋਂ ਵੀ ਇਹਨੂੰ ਪਰਫਾਰਮ ਕਰਨਾ ਹੈ ਤਾਂ ਇੱਕ ਚੀਜ਼ ਹਮੇਸ਼ਾ ਧਿਆਨ ਰੱਖਣੀ ਕਿ ਜਿਹੜੀ ਸਾਡੀ ਅਪਰ ਬਾਡੀ ਉਹ ਸਟੇਬਲ ਰਹੇ ਐਂਡ ਸਾਡੇ ਨੀਜ਼ ਮੂਵ ਹੋਣ। ਕਦੇ ਵੀ ਐਦਾਂ ਨਹੀਂ ਕਰਨਾ, ਲਾਈਕ ਪੂਰੀ ਬਾਡੀ ਮੂਵ ਨਹੀਂ ਕਰਨੀ ਚਾਹੀਦੀ। ਨਾਰਮਲ ਸਟਾਂਸ ਰੱਖੋ, ਬਾਡੀ ਆਪਣੀ ਸਿੱਧੀ ਰਹੇ ਐਂਡ ਨੀਚੇ ਗਏ ਐਂਡ ਸਲੋ ਅਪ, ਲਾਈਕ ਮਾਈ ਹੋਲ ਬਾਡੀ ਇਜ਼ ਸਟੇਬਲ, only my legs are moving, move and move, niche and pura upar, my back and my core is stable, I'm not moving with the machine, so keep it straight, move। ਤਾਂ ਹੁਣ ਤੁਸੀਂ ਦੇਖਿਆ ਕਿ ਅਭੀ ਨੇ ਕਾਫ ਰੇਸ ਕਿੱਦਾਂ ਪਰਫਾਰਮ ਕੀਤਾ। many people what they do is ਉਹ ਲੈਗ ਸਟ੍ਰੇਨ ਕਰਦੇ ਹਨ, ਕਦੇ ਉਹਨੂੰ ਸਟ੍ਰੈਚ ਨਹੀਂ ਕਰਦੇ, ਪੂਰੀ ਬਾਡੀ ਸਟ੍ਰੈਚ ਨਹੀਂ ਕਰਦੇ। ਹੁੰਦਾ ਕਿ ਤੁਸੀਂ ਲੈਗ ਸਟ੍ਰੈਚ ਨਹੀਂ ਕਰੋਗੇ, ਤੁਹਾਡੀ ਰਿਜਿਡਨੈਸ ਜੋ ਪਹਿਲਾਂ ਦੀ ਹੈਗੀ ਆ ਉਹ ਹੋਰ ਰਿਜਿਡ ਹੁੰਦੇ ਜਾਣਗੀਆਂ। ਕਰੈਕਟ। always stretch ਰਹੇ। stretching is very important after the leg workout। so beginners ਨੂੰ stretching ਤੇ ਜ਼ਿਆਦਾ ਫੋਕਸ ਕਰਨਾ ਚਾਹੀਦਾ ਫੁੱਲ ਬਾਡੀ ਦਾ, ਐਂਡ ਵਾਰਮ ਅਪ ਤੇ ਜ਼ਿਆਦਾ ਫੋਕਸ ਕਰਨਾ ਚਾਹੀਦਾ ਕਿਉਂਕਿ ਉਹਨਾਂ ਦੇ ਜੁਆਇੰਟਸ ਨਾ ਬਹੁਤ ਜ਼ਿਆਦਾ ਸਟਿਫ ਹੁੰਦੇ ਨੇ। ਸੋ ਉਹਨਾਂ ਦੀ ਮੋਬਿਲਿਟੀ ਵਧਾਉਣ ਨੂੰ ਤੁਹਾਨੂੰ stretching is very important। so that's end of our workout today। So we are professionals, A certified. We performed how to do the exercise accurately for the beginners। So stay tuned for the next video and subscribe our channel। Thank you। So ਅਸੀਂ proper 5 videos ਬਣਾਈਆਂ ਨੇ for the beginners, part 1, part 2, part 3, part 4, part 5। If you're watching this video
ਤਾਂ ਪ੍ਰੋਪਰ 5 ਪਾਰਟਸ ਦੇਖੋ so that you will learn all about the full body workout